Hello everyone. Today our subject is fundamental of income tax and our topic is double taxation relief. So plus 2 class ਦੇ ਲਈ ਇਹ ਵੀਡੀਓ ਆ। ਇਹ ਫੰਡਾਮੈਂਟਲ ਆਫ ਇਨਕਮ ਟੈਕਸ ਸਬਜੈਕਟ ਦਾ ਸੈਕੰਡ ਚੈਪਟਰ ਆ, ਡਬਲ ਟੈਕਸੇਸ਼ਨ ਰਿਲੀਫ। ਸੋ ਇਹਦੇ ਵਿੱਚ ਆਪਾਂ ਇਹਦੇ ਰਿਗਾਰਡਿੰਗ ਪ੍ਰੋਵੀਜ਼ਨ ਪੜ੍ਹਾਂਗੇ। ਦੋਹਰੇ ਕਰਾਰੋਪਣ ਤੋਂ ਰਾਹਤ ਵੀ ਕਹਿੰਦੇ ਆ। ਦੋਹਰੇ ਕਰਾਰੋਪਣ ਤੋਂ ਪਹਿਲਾਂ ਤਾਂ ਦੋਹਰੇ ਕਰਾਰੋਪਣ ਤੋਂ ਰਾਹਤ ਪੜ੍ਹਨ ਤੋਂ ਪਹਿਲਾਂ ਸਾਨੂੰ ਦੇਖਣਾ ਪੈਣਾ ਦੋਹਰਾ ਕਰਾਰੋਪਣ ਕੀ ਹੁੰਦਾ ਹੈ। ਦੇਖੋ, ਦੋਹਰਾ ਕਰਾਰੋਪਣ ਦਾ ਭਾਵ ਹੁੰਦਾ ਵਾ ਜਦੋਂ ਕਿਸੇ ਆਮਦਨ 'ਤੇ 2 ਜਾਂ 2 ਤੋਂ ਵੱਧ ਵਾਰ ਕਰ ਲੱਗ ਜਾਂਦਾ ਵਾ। ਵੈਨ ਇਨਕਮ ਇਜ਼ ਟੈਕਸਡ 2 or more time, that is known as double taxation। ਸੋ ਇਹਨੂੰ ਦੋਹਰਾ ਕਰ ਲੱਗਣਾ ਕਿਹਾ ਜਾਂਦਾ ਵਾ। ਇਹ ਕਿਉਂ ਹੁੰਦਾ ਵਾ? ਕਿਉਂਕਿ ਕਈ ਵਾਰ ਜਿਹੜੀ ਫੋਰਨ ਟ੍ਰਾਂਸੈਕਸ਼ਨਸ ਹੁੰਦੀਆਂ ਵਾ ਉਹਦੇ ਵਿੱਚ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕਰ ਹੁੰਦੇ। ਇੱਧਰ ਵੀ ਕਰ ਦੇਣਾ ਪੈਂਦਾ, ਉੱਧਰ ਵੀ ਕਰ ਦੇਣਾ ਪੈਂਦਾ। ਅਤੇ ਸੈਕਿੰਡ ਇਹਦਾ ਇਹ ਹੋ ਸਕਦਾ ਵਾ ਵੀ ਇੱਕੋ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਜਦੋਂ ਟੈਕਸ ਚੱਲਦੇ ਹੋਣ, ਜਿਵੇਂ ਇੰਡੀਆ, ਤਾਂ ਉਦੋਂ ਵੀ ਇਹ ਪ੍ਰੋਬਲਮ ਆ ਜਿਹੜੀ ਅਰਾਈਜ਼ ਹੋ ਜਾਂਦੀ ਆ। ਦੇਖੋ, ਬੇਸਿਕਲੀ ਜਦੋਂ ਟੈਕਸ ਲੱਗਦਾ ਵਾ, ਪਹਿਲਾਂ ਤਾਂ ਟੈਕਸ ਉਸ ਜਗ੍ਹਾ ਦੇ ਉੱਤੇ ਲਾਇਆ ਜਾਂਦਾ ਵਾ ਜਿੱਥੇ ਅਸੀਂ ਇਨਕਮ ਅਰਨ ਕਰਦੇ ਹਾਂ। ਦੂਜੀ ਵਾਰ ਟੈਕਸ ਉਸ ਜਗ੍ਹਾ 'ਤੇ ਲਗਾਇਆ ਜਾਂਦਾ ਵਾ ਵੀ ਜੋ ਪਰਸਨ ਦੇ ਰੈਜ਼ੀਡੈਂਸ਼ੀਅਲ ਸਟੇਟਸ ਦੇ ਆਧਾਰ 'ਤੇ ਲਗਾਇਆ ਜਾਂਦਾ ਵਾ। ਯਾਨੀ ਕਿ ਇੱਕ ਤਾਂ ਜਗ੍ਹਾ ਦੇ ਥਾਂ 'ਤੇ ਲਗਾਇਆ ਜਾਂਦਾ ਜਿੱਥੇ ਆਮਦਨ ਕਮਾਈ ਆ। ਇੱਕ ਪਰਸਨ ਦੇਖਿਆ ਜਾਂਦਾ ਵਾ ਕਿਹੜੇ ਓਰੀਜਨ ਦਾ ਵਾ, ਰੈਜ਼ੀਡੈਂਸ਼ੀਅਲ ਸਟੇਟਸ ਦੇ ਹਿਸਾਬ ਨਾਲ ਲਗਾਈ ਜਾਂਦੀ ਹੈ। ਇਸ ਤਰ੍ਹਾਂ ਕੀ ਹੁੰਦਾ ਵਾ, ਇਹ 2 ਬੇਸਿਸ ਹੋਣ ਕਰਕੇ ਕਈ ਵਾਰ ਆਮਦਨ ਆ ਜਿਹੜੀ ਉਹਦੇ 'ਤੇ 2 ਵਾਰ ਟੈਕਸ ਲੱਗਣ ਦੀ ਸਮੱਸਿਆ ਪੈਦਾ ਹੋ ਜਾਂਦੀ ਆ। ਇਹਨੂੰ ਕਹਿੰਦੇ ਆ ਡਬਲ ਟੈਕਸੇਸ਼ਨ, ਵੀ ਇੱਕ ਆਮਦਨ 'ਤੇ 2 ਵਾਰ ਟੈਕਸ ਲੱਗ ਜਾਂਦਾ। ਨੈਕਸਟ ਆ ਜਾਂਦਾ ਦੋਹਰੇ ਕਰਾਰੋਪਣ ਤੋਂ ਰਾਹਤ ਦਾ ਕੀ ਅਰਥ ਆ। ਮੀਨਿੰਗ ਆਫ ਡਬਲ ਟੈਕਸੇਸ਼ਨ ਰਿਲੀਫ। ਡਬਲ ਟੈਕਸੇਸ਼ਨ ਰਿਲੀਫ, ਦੇਖੋ ਇਹੀ ਸਾਡਾ ਮੇਨ ਟੋਪਿਕ ਆ, ਡਬਲ ਟੈਕਸੇਸ਼ਨ ਰਿਲੀਫ। ਯਾਨੀ ਕਿ ਜਦੋਂ 2 ਵਾਰ ਕਰ ਲੱਗ ਜੇ ਅਤੇ ਉਹਦੇ ਸੰਬੰਧ ਦੇ ਵਿੱਚ ਰਿਲੀਫ ਦੇਣਾ, ਛੂਟ ਦੇਣੀ। ਇਹ ਕੀ ਆ ਵੀ ਇਹ ਇੱਕ ਇਸ ਤਰ੍ਹਾਂ ਦੀ ਵਿਵਸਥਾ ਵਾ ਜਿਹਦੇ ਵਿੱਚ ਜਦੋਂ ਇੱਕ ਆਮਦਨ 'ਤੇ 2 ਜਾਂ 2 ਤੋਂ ਬਾਅਦ ਵਾਰ ਟੈਕਸ ਲੱਗ ਦਿੱਤਾ ਜਾਂਦਾ ਵਾ, ਤਾਂ ਇਸ ਤਰ੍ਹਾਂ ਦਾ ਅਰੇਂਜਮੈਂਟ ਕੀਤਾ ਜਾਂਦਾ ਵਾ, ਇਸ ਤਰ੍ਹਾਂ ਦੀ ਵਿਵਸਥਾ ਕੀਤੀ ਜਾਂਦੀ ਆ ਵੀ ਅਸੈਸੀ 'ਤੇ ਇੱਕ ਆਮਦਨ 'ਤੇ ਇੱਕ ਟੈਕਸ ਦਾ ਇੱਕ ਵਾਰੀ ਭਾਰ ਪਵੇ। ਇਹਦੇ ਲਈ ਆਮਦਨ ਕਰ ਅਧਿਨਿਯਮ ਦੀ ਧਾਰਾ 90 ਦੇ ਵਿੱਚ ਕੁਛ ਪ੍ਰੋਵੀਜ਼ਨਸ ਦਿੱਤੇ ਹੋਏ ਆ, ਅਤੇ ਉਹਨਾਂ ਪ੍ਰੋਵੀਜ਼ਨ ਦੇ ਅਕੋਰਡਿੰਗਲੀ ਜਦੋਂ ਕਿਸੇ ਆਮਦਨ ਨੂੰ 2 ਵਾਰ ਕਰ ਲੱਗਣ 'ਤੇ ਮੁਕਤ ਕੀਤਾ ਜਾਂਦਾ ਵਾ, ਉਹਨੂੰ ਦੋਹਰੇ ਕਰਾਰੋਪਣ ਤੋਂ ਰਾਹਤ ਕਿਹਾ ਜਾਂਦਾ ਵਾ, ਡਬਲ ਟੈਕਸੇਸ਼ਨ ਰਿਲੀਫ ਕਿਹਾ ਜਾਂਦਾ ਵਾ। ਇਟ ਮੀਨਸ ਵੈਨ ਐਨੀ ਇਨਕਮ ਇਜ਼ ਟੈਕਸੇਬਲ 2 or more time, then when exemption is provided according to section 90 of Income Tax Act, that is known as double taxation relief। ਇਹਦੇ ਵਿੱਚ ਕੀ ਹੁੰਦਾ ਵਾ, ਇਹਦੇ ਵਿੱਚ ਜਿਹੜੀ ਸੈਂਟਰਲ ਗੌਰਮੈਂਟ ਹੁੰਦੀ ਆ ਉਹ ਦੂਜੇ ਦੇਸ਼ਾਂ ਨਾਲ ਦੋਹਰਾ ਕਰ ਰੋਕਣ, ਕਰ ਦੀ ਚੋਰੀ ਰੋਕਣ ਅਤੇ ਕਰ ਪ੍ਰਾਪਤ ਕਰਨ ਸੰਬੰਧੀ ਐਗਰੀਮੈਂਟ ਕਰ ਲੈਂਦੀ ਆ, ਅਤੇ ਫਿਰ ਉਹਦੇ ਅਕੋਰਡਿੰਗਲੀ ਹੋਈ ਫਿਰ ਇਹ ਜਿਹੜੇ ਰਿਲੀਫ ਆ ਅਸੈਸੀ ਨੂੰ ਮਿਲਦੇ ਆ ਡਬਲ ਟੈਕਸੇਸ਼ਨ ਹੋਣ 'ਤੇ। ਸੋ ਡਬਲ ਟੈਕਸੇਸ਼ਨ ਰਿਲੀਫ ਦਾ ਕੀ ਮਤਲਬ ਹੋ ਗਿਆ ਵੀ ਜੇ ਇੱਕ ਆਮਦਨ 2 ਤੋਂ ਵੱਧ ਵਾਰ ਟੈਕਸੇਬਲ ਹੋ ਗਈ ਤਾਂ ਇਸ ਤਰ੍ਹਾਂ ਅਰੇਂਜਮੈਂਟ ਕੀਤੀ ਜਾਊਗਾ ਵੀ ਅਸੈਸੀ 'ਤੇ ਇੱਕ ਆਮਦਨ 'ਤੇ ਇੱਕ ਵਾਰੀ ਟੈਕਸ ਦਾ ਭਾਰ ਉਹਦੇ 'ਤੇ ਪਵੇ, ਯਾਨੀ ਉਹਨੂੰ 2 ਵਾਰ ਟੈਕਸ ਨਾ ਦੇਣਾ ਪਵੇ। ਨੈਕਸਟ ਆ ਦੋਹਰੇ ਕਰਾਰੋਪਣ ਤੋਂ ਰਾਹਤ ਸੰਬੰਧੀ ਪ੍ਰੋਵੀਜ਼ਨਾਂ। ਇਨਕਮ ਟੈਕਸ ਐਕਟ ਦੇ ਵਿੱਚ ਇਹਦੇ ਰਿਗਾਰਡਿੰਗ ਸਪੈਸ਼ਲ ਪ੍ਰੋਵੀਜ਼ਨ ਆ ਡਬਲ ਟੈਕਸੇਸ਼ਨ ਰਿਲੀਫ ਦੇ। ਇਹ ਜਿਹੜੀਆਂ ਪ੍ਰੋਵੀਜ਼ਨ ਆ ਸੈਕਸ਼ਨ 90 ਅਤੇ 91 ਦੇ ਵਿੱਚ ਲਿਖੀਆਂ ਹੋਈਆਂ ਵਾ। ਇਹ ਪ੍ਰੋਵੀਜ਼ਨ 90 ਅਤੇ 91 ਦੇ ਵਿੱਚ ਇਹ ਪ੍ਰੋਵੀਜ਼ਨ ਦਿੱਤੀਆਂ। ਜਿਹੜੀ 90 ਵਾਲੀਆਂ ਪ੍ਰੋਵੀਜ਼ਨ ਆ ਉਹਨੂੰ ਆਪਾਂ 2 ਪੱਖੀ ਰਾਹਤਾਂ ਕਹਿੰਦੇ ਆ, ਬਾਇਲੈਟਰਲ 2 ਪੱਖੀ ਰਾਹਤਾਂ ਕਹਿੰਦੇ ਆ, ਅਤੇ ਜਿਹੜੀ 91 ਦੇ ਵਿੱਚ ਆ ਉਹਨੂੰ ਯੂਨੀਲੈਟਰਲ ਰਿਲੀਫ ਕਹਿੰਦੇ ਆ। ਇਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਕਰਦੇ ਹਾਂ ਹੁਣ। ਯਾਨੀ ਡਬਲ ਟੈਕਸੇਸ਼ਨ ਰਿਲੀਫ ਰਿਗਾਰਡਿੰਗ ਪ੍ਰੋਵੀਜ਼ਨਸ ਆ। ਪਹਿਲਾਂ ਹੈਗੀਆਂ ਅੰਡਰ ਸੈਕਸ਼ਨ 90, that is also called bilateral relief। ਕੇਂਦਰ ਸਰਕਾਰ ਦੁਆਰਾ ਦੋਹਰੇ ਕਰਾਰੋਪਣ ਤੋਂ ਰਾਹਤ ਸੰਬੰਧੀ ਹੋਣ ਵਾਲੀਆਂ ਪ੍ਰੋਵੀਜ਼ਨਾਂ।
दो पक्की राह। इनकम टैक्स एक्ट 1961 के सैक्शन 90 के अनुसार दोहरे करारोपण तो राहत मतलब डबल टैक्सेशन रिलीफ संबंधी जिहड़े राइट आ वो सेंट्रल गौरमेंट नूं दित्ते आ। सेंट्रल गौरमेंट की करदी आ, दूसरे देशां नाल इस संबंधी करार कर सकदी आ, एग्रीमेंट कर सकदी आ, उन्हां नूं सरकारी गजट दे विच छापिया जांदा वा। ते ਜਿਹੜੇ देश आपस च इस तरह एग्रीमेंट करते हैं उन्होंने कर संधि करता टैक्स ट्रीटीज़ किया जाता वा। देखो ये 1 मार्क्स का इंपोर्टेंट क्वेश्चन बनता वा कि ਜਿਹੜੇ दो कंट्रीज़ आपस ਦੇ ਵਿੱਚ ਦੋਹਰੇ करारोपण संबंधी एग्रीमेंट करते उन्होंने की किया जाता वा, उन्होंने टैक्स ट्रीटी या कर संधि करता किया जाता। तो इस तरह जी एग्रीमेंट करके जो रिलीफ मिलता वा ਉਹਨੂੰ ਅਸੀਂ ਬਾਇਲੈਟਰਲ ਰਿਲੀਫ ਕਹਿੰਦੇ ਆ। ਇਹ ਵੀ ਕੁਐਸਚਨ ਬਣ ਸਕਦਾ ਬਾਇਲੈਟਰਲ ਰਿਲੀਫ ਕੀ ਹੁੰਦੇ ਆ। ਬਾਇਲੈਟਰਲ ਰਿਲੀਫ ਹੁੰਦੇ ਆ ਜਿਹੜੇ ਡਬਲ ਟੈਕਸੇਸ਼ਨ ਰਿਗਾਰਡਿੰਗ ਜਿਹੜੇ ਰਿਲੀਫ ਆ ਜਦੋਂ ਉਹ ਕਿਸੇ ਐਗਰੀਮੈਂਟ ਦੇ ਅਕੋਰਡਿੰਗ ਮਿਲਣ ਉਹਨਾਂ ਨੂੰ ਬਾਇਲੈਟਰਲ ਰਿਲੀਫ ਕਿਹਾ ਜਾਂਦਾ। ਇੰਡੀਅਨ ਗੌਰਮੈਂਟ ਨੇ ਵੀ ਬਹੁਤ ਸਾਰੇ ਐਗਰੀਮੈਂਟ ਕੀਤੇ ਹੋਏ ਆ ਬਹੁਤ ਸਾਰੇ ਦੇਸ਼ਾਂ ਦੇ ਨਾਲ। ਇਹਨਾਂ ਨੂੰ ਅਸੀਂ ਦੋ ਹੈਡਿੰਗ ਦੇ ਵਿੱਚ ਪੜ੍ਹਦੇ ਹਾਂ। ਪਹਿਲਾ ਹੈਗਾ ਕੇਂਦਰ ਸਰਕਾਰ ਦੁਆਰਾ ਕੀਤੇ ਗਏ ਕਰਾਰਾਂ ਦੇ ਉਦੇਸ਼ ਵੀ ਕਿਉਂ ਐਗਰੀਮੈਂਟ ਕੀਤੇ ਜਾਂਦੇ ਆ। ਸੈਕਿੰਡ ਅਸੀਂ ਪੜ੍ਹਾਂਗੇ ਇਹਨਾਂ ਐਗਰੀਮੈਂਟਸ ਦੇ ਰਿਗਾਰਡਿੰਗ ਪ੍ਰੋਵੀਜ਼ਨ। ਪਹਿਲਾਂ ਅਸੀਂ ਦੇਖਦੇ ਹਾਂ ਆਬਜੈਕਟਿਵ। ਕੇਂਦਰ ਸਰਕਾਰ ਦੁਆਰਾ ਕੀਤੇ ਗਏ ਕਰਾਰਾਂ ਦੇ ਉਦੇਸ਼ ਵੀ ਸੈਂਟਰਲ ਗੌਰਮੈਂਟ ਕਿਉਂ ਐਗਰੀਮੈਂਟ ਕਰਦੀ ਆ। ਸੈਕਸ਼ਨ 90 ਦੇ ਅਕੋਰਡਿੰਗਲੀ ਇਹਦੇ ਵਿੱਚ ਇਹਦੇ ਆਬਜੈਕਟਿਵਸ ਦੱਸੇ ਹੋਏ ਆ। ਇਹਦੇ ਮੇਨ 4 ਆਬਜੈਕਟਿਵ ਆ। ਪਹਿਲਾ ਹੈਗਾ ਸੁਵਿਧਾ ਦਿਵਾਉਣ ਦੇ ਲਈ, दूसरा हैगा मुक्ति दिवाउण दे लई, तीसरा हैगा कर चोरी नूं रोकण दे लई, चौथा हैगा कर नूं वसूल करन दे लई। देखो सुविधा दिवाउण लई ये हुंदा वा भी जे मान लो एक आमदन ते 2 बार टैक्स लग गया तो फैसिलिटी ये दित्ती जाऊगी भी जे 2 बार टैक्स असैसी पे कर चुका वा तो उहनूं कर वापसी की सुविधा दे दित्ती जाऊगी। मुक्ति दिवाउण दे वाले जिहड़े ऑब्जैक्टिव हुंदे इहदे विच ये हुंदा वा भी इस देश भी आमदन ते कर लग रहा, दूजे देश भी आमदन ते कर लग रहा, तो दोनों चों किसी एक देश चों आमदन नूं कर मुक्त कर दिता जाऊगा एग्रीमेंट करके। इहनूं कहंदे आ मुक्ति दिवाउण लई कीते करार। कर दी चोरी रोकण दे लई ये आ भी जदों परसन आ वो की करदा उहनूं लगदा भी मैनूं टैक्स देना पैना 2 बार, वो की करदा एक बार भी टैक्स दे के नहीं राजी हुंदा, फिर कर दी चोरी हुंदी है। इस करके एग्रीमेंट कीते जांदे आ। कर नूं वसूल करन दे लई भी जिहड़ी कर आ टैक्स आ उन्होंने जल्दी तो जल्दी असी रियलाइज़ कर लीए, इस दे लिए एग्रीमेंट किए जाते हैं भी कोई देश टैक्स लै लवे इनकम ते, चाहे असी चाहे इंडिया लै ले चाहे अमरीका लै ले, किसी देश को टैक्स आ जाए एग्रीमेंट दे नाल। ये सीगे केंद्र सरकार द्वारा किए गए करारां दे उद्देश। नैक्सट आंदा वा केंद्र सरकार द्वारा दोहरे करारोपण तो राहत संबंधी कीते करारां दी व्याख्या। जदों सेंट्रल गौरमेंट दूसरे देशों के नाल एग्रीमेंट कर लैंदी आ उहदे रिगार्डिंग की प्रोविज़न आ। क्वेश्चन एज इट इज़ ही आंदा पेपर दे विच जदों आंदा। सो इनूं असीं 2 हैड्स दे विच डिवाइड कीता वा। दोहरे करारोपण तो राहत के संबंध विच मुक्ति दिवाउण लई कीते करार। देखो इहदे विच की हुंदा वा जिहड़े इंटरनैशनल ट्रांसैक्शनस हुंदियां वा विदेशी लैन देन हुंदे आ ਉਹਦੇ ਵਿੱਚ ਕੀ ਕੀਤਾ ਜਾਂਦਾ ਵਾ ਕੋਈ ਇੱਕ ਪਾਰਟਿਕੂਲਰ ਕੰਟਰੀ ਕਿਸੇ ਆਮਦਨ ਨੂੰ ਐਗਜ਼ੈਂਪਟ ਕਰ ਦਿੰਦੀ ਆ। ਜ਼ਿਆਦਾਤਰ ਜਿਹੜੀ ਆਮਦਨ ਐਗਜ਼ੈਂਪਟ ਕੀਤੀ ਜਾਂਦੀ ਆ ਉਹ ਜਿਸ ਦੇਸ਼ 'ਚ ਪਰਸਨ ਰਹਿ ਰਿਹਾ ਹੁੰਦਾ ਉਸ ਦੇਸ਼ ਦੁਆਰਾ ਕੀਤੀ ਜਾਂਦੀ ਆ, ਯਾਨੀ ਕਿ ਜਿਸ ਦੇਸ਼ 'ਚ ਉਹ ਪਰਸਨ ਰੈਜ਼ੀਡੈਂਟ ਹੋਵੇ। ਇਹਦਾ ਮਤਲਬ ਟੈਕਸ ਕਿੱਥੇ ਲੱਗਦਾ ਵਾ ਜਿੱਥੇ ਆਮਦਨ ਪ੍ਰਾਪਤ ਕੀਤੀ ਜਾਂਦੀ ਆ, ਸਿਰਫ ਉਸ ਜਗ੍ਹਾ ਕਰ ਲਗਾਇਆ ਜਾਂਦਾ ਵਾ। ਇਸ ਤਰ੍ਹਾਂ ਜਿਹੜੀ ਟੈਕਸ ਪੇਮੈਂਟ ਆ एक जगह कर मुक्त हो जाती है, इस करके इहनूं कहंदे आ मुक्ति दिवाउण दे लई करार। हुण असैसी नूं टैक्स कित्थे देना पऊगा, सिर्फ उस देश 'च देना पऊगा जिथे उहने आमदन प्राप्त कीती है। ते उहनूं अपने देश दे विच वो कर दे उत्ते टैक्स नहीं देना पैंदा क्योंकि वो कर मुक्त हो गई आ। उस असैसी की आमदन के दूजे देश में कर निर्धारण समय ये आमदन कर मुक्त हो जाती है। किहड़ी आमदन जिते पहला ही टैक्स दिता जा चुका वा वो अपने देश 'ਚ ਉਹਦੇ कर नहीं देना पैंदा।
पर ये सिद्ध करना, प्रूव करना भी मैं इस आमदन ते पहला फॉरन कंट्री दे विच टैक्स दे चुका, एसएससी की जिम्मेवारी होगी। हुण सैकेंड आ गया दोहरे करारोपण के संबंध में सुविधा दिवाउण लई कीते करार। हुण ये सुविधा देनी है, सुविधा देने तो भाव आ भी टैक्स तो पे हो गया, 2 बार टैक्स पे करता एक परसन ने। इस तरह के एग्रीमेंट दे विच ये नहीं हुंदा भी कोई देश किसी आमदन नूं कर मुक्त कर दिंदा। एक असैसी नूं उस आमदन ते दोने जगह टैक्स देना पैंदा वा। जो उन्हें फाइनैंशियल ईयर इनकम प्राप्त की आ उन्होंने उहदे ते टैक्स देना ही पऊगा, चाहे उन्हें वो किते आमदन किते भी कमाई होवे। जिहड़ी आमदन असैसी ने दूसरे देशों दे विच कमाई आ ते उहदे ते उन्हें TDS देता वा, ਤਾਂ ਜਦੋਂ ਆਪਣੇ ਦੇਸ਼ 'ਚ ਉਹਦੀ ਅਸੈਸਮੈਂਟ ਹੋਊਗੀ ਤਾਂ ਜਿੰਨਾ TDS ਉਹਨੇ ਉਸ ਕੰਟਰੀ ਦੇ ਵਿੱਚ ਦੇਤਾ ਸੀ ਉਹਦਾ ਉਹਨੂੰ ਰਿਫੰਡ ਕਰ ਦਿੱਤਾ ਜਾਊਗਾ। ਯਾਨੀ ਰਿਫੰਡ ਦੀ ਸੁਵਿਧਾ ਦੇਤੀ ਉਹਨੂੰ ਅਸੀਂ, ਇਸ ਕਰਕੇ ਇਹਨੂੰ ਕਹਿੰਦੇ ਆ ਸੁਵਿਧਾ ਦੇਣ ਲਈ ਕੀਤੇ ਕਰਾਰ। ਮਤਲਬ ਅਸੈਸੀ ਨੂੰ ਦੋਨੇ ਦੇਸ਼ਾਂ ਦੇ ਵਿੱਚ ਟੈਕਸ ਦੀ ਪੇਮੈਂਟ ਤਾਂ ਕਰਨੀ ਪਊਗੀ, ਪਰ ਬਾਅਦ ਦੇ ਵਿੱਚ ਉਹਨੂੰ ਟੈਕਸ ਦਾ ਰਿਫੰਡ ਮਿਲ ਜੂਗਾ ਜੋ ਉਹਨੇ ਫੋਰਨ ਕੰਟਰੀ ਦੇ ਵਿੱਚ पे किया वा। सो इस तरह टैक्स तो एक बार लगूगा, पर हरेक देश नूं जिथे उन्हें इनकम अर्न की उत्थे उत्थे उन्होंने उस देश नूं आमदन हो जाएगी। नैक्सट आ गया अगला हैडिंग भी केंद्र सरकार द्वारा दूसरे देशों नाल दोहरे करारोपण तो राहत संबंधी करार ना होने संबंधी प्रोविजन, इनू यूनीलैटरल रिलीफ भी कहते हैं। ਇਹਦੇ ਵਿੱਚ ਕੀ ਆ ਵੀ ਹੁਣ ਕਈ ਵਾਰ ਸੈਂਟਰਲ ਗੌਰਮੈਂਟ ਆ ਸਾਰੇ ਦੇਸ਼ਾਂ ਨਾਲ ਤਾਂ ਐਗਰੀਮੈਂਟ ਕਰ ਨਹੀਂ ਸਕਦੀ। ਜਦੋਂ ਐਗਰੀਮੈਂਟ ਹੋਏ ਸੀ ਉਹ ਸੈਕਸ਼ਨ 90 ਦੇ ਵਿੱਚ ਐਕਸਪਲੇਨ ਆ, ਹੁਣ ਆ ਗਿਆ ਸੈਕਸ਼ਨ 91। ਇਹ ਕੀ ਕਹਿੰਦਾ ਵਾ ਵੀ ਮੰਨ ਲਓ ਜੇ ਸੈਂਟਰਲ ਗੌਰਮੈਂਟ ਨੇ ਕਿਸੇ ਦੇਸ਼ ਨਾਲ ਕੋਈ ਐਗਰੀਮੈਂਟ ਨਹੀਂ ਕੀਤਾ ਤੇ ਉਸ ਐਗਰੀਮੈਂਟ ਨਾ ਹੋਣ ਤੇ ਵੀ ਕਿਸੇ ਅਸੈਸੀ ਤੇ 2 ਵਾਰ ਟੈਕਸ ਲੱਗ ਗਿਆ ਕਿਸੇ ਆਮਦਨ ਤੇ, ਕੀ ਉਹਨੂੰ ਰਿਲੀਫ ਮਿਲੂਗਾ? ਯੈਸ, 91 ਸੈਕਸ਼ਨ ਦੇ ਅਕੋਰਡਿੰਗਲੀ ਉਸ ਪਰਸਨ ਨੂੰ ਰਿਲੀਫ ਮਿਲੇਗਾ। ਜਿਹੜਾ ਇਸ ਤਰ੍ਹਾਂ ਦਾ ਰਿਲੀਫ ਹੋਊਗਾ ਉਹਨੂੰ ਯੂਨੀਲੈਟਰਲ ਰਿਲੀਫ ਕਿਹਾ ਜਾਊਗਾ, ਇੱਕ ਤਰਫਾ ਰਾਹਤ ਕਿਹਾ ਜਾਂਦਾ ਵਾ। ਇਹਦੇ ਇੱਕ ਤਰਫਾ ਰਾਹਤ ਪ੍ਰਾਪਤ ਕਰਨ ਦੇ ਲਈ ਯੂਨੀਲੈਟਰਲ ਰਿਲੀਫ ਲੈਣ ਦੇ ਲਈ ਕੁਝ ਕੰਡੀਸ਼ਨਸ ਪੂਰੀਆਂ ਹੋਣੀਆਂ ਚਾਹੀਦੀਆਂ। ਕਿਹੜੀਆਂ? ਪਹਿਲੀ ਹੈਗੀ ਆ ਵੀ ਜੋ ਵੀ ਅਸੈਸੀ ਆ ਉਹਨੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਲਾਸਟ ਫਾਈਨੈਂਸ਼ੀਅਲ ਈਅਰ ਦੇ ਵਿੱਚ ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ, ਰੈਜ਼ੀਡੈਂਟ ਹੋਣਾ ਚਾਹੀਦਾ। ਦੂਸਰਾ ਪਿਛਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਯਾਨੀ ਫਾਈਨੈਂਸ਼ੀਅਲ ਈਅਰ ਦੇ ਵਿੱਚ ਉਹਨੇ ਕੋਈ ਨਾ ਕੋਈ ਆਮਦਨ ਭਾਰਤ ਤੋਂ ਬਾਹਰ ਕਮਾਈ ਤੇ ਪ੍ਰਾਪਤ ਕੀਤੀ ਹੋਣੀ ਚਾਹੀਦੀ ਆ। ਤੀਸਰਾ ਆਮਦਨ ਭਾਰਤ ਅਤੇ ਦੂਜੇ ਦੇਸ਼ ਵਿਚਕਾਰ ਕਾਰਯੋਗ ਹੋਣੀ ਚਾਹੀਦੀ ਹੈ, ਇੱਥੇ ਵੀ ਟੈਕਸ ਲੱਗੇ ਤੇ ਦੂਸਰੀ ਜਗ੍ਹਾ ਤੇ ਦੂਸਰੇ ਦੇਸ਼ 'ਚ ਵੀ, ਦੋਨੇ ਜਗ੍ਹਾ ਉਹਦੇ ਟੈਕਸ ਲੱਗਣਾ ਚਾਹੀਦਾ ਵਾ। ਚੌਥਾ ਅਸੈਸੀ ਨੇ ਵਿਦੇਸ਼ੀ ਕਾਨੂੰਨ ਅਨੁਸਾਰ ਕਰ ਜਮ੍ਹਾਂ ਕਰਵਾ ਦਿੱਤਾ ਹੋਵੇ, ਅਸੈਸੀ ਉੱਥੇ ਟੈਕਸ ਦੇ ਆਇਆ। ਇਹ 4 ਸ਼ਰਤਾਂ ਪੂਰੀਆਂ ਹੋਣੀਆਂ ਜ਼ਰੂਰੀ ਆ, ਫਿਰ ਯੂਨੀਲੈਟਰਲ ਰਿਲੀਫ ਮਿਲ ਸਕਦਾ। ਹੁਣ ਯੂਨੀਲੈਟਰਲ ਸੰਬੰਧੀ ਪ੍ਰੋਵੀਜ਼ਨਸ ਕੀ ਆ, ਇਹਨੂੰ 3 ਪਾਰਟ 'ਚ ਡਿਵਾਈਡ ਕੀਤਾ ਗਿਆ ਇਹ ਪ੍ਰੋਵੀਜ਼ਨਸ ਨੂੰ। ਪਹਿਲਾ ਹੈਗਾ ਵਾ ਜਦੋਂ ਭਾਰਤ ਦਾ ਰੈਜ਼ੀਡੈਂਟ ਅਸੈਸੀ ਆ, ਜਿਹੜਾ ਭਾਰਤ ਦਾ ਨਿਵਾਸੀ ਅਸੈਸੀ ਆ, ਦੂਜੇ ਦੇਸ਼ਾਂ ਦੇ ਵਿੱਚ TDS ਦਾ ਭੁਗਤਾਨ ਕਰ ਦੇਵੇ। ਇਹਦੇ ਵਿੱਚ ਕੀ ਆ ਵੀ ਇੱਕ ਭਾਰਤ ਦਾ ਅਸੈਸੀ ਆ, ਉਹਨੇ ਕਿਸੇ ਦੂਸਰੇ ਦੇਸ਼ 'ਚ ਇਨਕਮ ਪ੍ਰਾਪਤ ਕੀਤੀ ਤੇ ਉਹਨੇ ਉੱਥੇ TDS ਜਮ੍ਹਾਂ ਕਰਵਾਤਾ, ਪਰ ਉਸ ਦੇਸ਼ ਨਾਲ ਭਾਰਤ ਦਾ ਕੋਈ ਵੀ ਕਰਾਰ ਨਹੀਂ ਸੀ। ਹੁਣ ਜਦੋਂ ਅਸੈਸੀ ਤੇ ਭਾਰਤ ਦੇ ਵਿੱਚ ਕਰ ਲੱਗੂਗਾ ਤਾਂ ਉਹਦੀ ਟੈਕਸ ਲਾਇਬਿਲਿਟੀ ਦੇ ਵਿੱਚੋਂ ਜਿੰਨਾ ਉਹਨੇ ਬਾਹਰ ਟੈਕਸ ਜਮ੍ਹਾਂ ਕਰਵਾਇਆ ਉਹ ਘਟਾ ਦਿੱਤਾ ਜਾਊਗਾ। ਪਰ ਇਹ ਉਦੋਂ ਹੀ ਹੋਊਗਾ ਜਦੋਂ ਭਾਰਤ ਦਾ ਦੂਸਰੇ ਦੇਸ਼ਾਂ ਨਾਲ ਕੋਈ, ਉਸ ਦੇਸ਼ ਨਾਲ ਕੋਈ ਕਰਾਰ ਨਹੀਂ ਆ, ਤੇ ਇਹਨੂੰ ਪ੍ਰੂਵ ਕਰਨ ਦੀ ਜ਼ਿੰਮੇਵਾਰੀ ਅਸੈਸੀ ਦੀ ਹੋਊਗੀ ਵੀ ਇਸ ਦੇਸ਼ ਨਾਲ ਇੰਡੀਆ ਦਾ ਕੋਈ ਕਰਾਰ ਨਹੀਂ ਹੈਗਾ। ਹੁਣ ਟੈਕਸ ਲਾਇਬਿਲਿਟੀ ਜਦੋਂ ਕੈਲਕੂਲੇਟ ਕਰਨੀ ਹੈ ਕਿਸ ਤਰ੍ਹਾਂ ਕੀਤੀ ਜਾਊਗੀ? ਟੈਕਸ ਲਾਇਬਿਲਿਟੀ ਕੈਲਕੂਲੇਟ ਕਰਨ ਦੇ ਲਈ ਜਿਹੜੀਆਂ ਰੇਟਸ ਲਈ ਜਾਣਗੀਆਂ, ਜਿਹੜੀ ਦੋਨਾਂ ਦੇਸ਼ਾਂ ਦੇ ਵਿੱਚ ਰੇਟ ਘੱਟ ਆ ਉਸ ਦੇ ਅਕੋਰਡਿੰਗਲੀ ਟੈਕਸ ਕੈਲਕੂਲੇਟ ਹੋਊਗਾ। ਇੱਥੋਂ ਦੇਖੋ ਮੇਨ ਗੱਲ ਹੈ ਵੀ ਟੈਕਸ ਕਿਵੇਂ ਕੈਲਕੂਲੇਟ ਹੋਊਗਾ, ਦੋਨੇ ਦੇਸ਼ਾਂ ਦੀ ਰੇਟਸ ਲੈ ਲਾਂਗੇ, ਜਿਹੜੇ ਦੇਸ਼ 'ਚ ਟੈਕਸ ਘੱਟ ਲੱਗਦਾ ਉਹਦੇ ਅਕੋਰਡਿੰਗਲੀ ਉਹਦੀ ਕਰ ਲਾਇਬਿਲਿਟੀ ਕੈਲਕੂਲੇਟ ਹੋ ਜਾਊਗੀ, ਜਿੰਨਾ ਇਹਨੇ TDS ਕੀਤਾ ਵਾ ਉਹ 'ਚੋਂ
घटा दिता जाऊगा। जे टैक्स रेट दोनों देशों 'च बराबर ही आ तो जो भारत 'च लागू होंदी है उहदे अकॉर्डिंगली हो जाऊगी। सैकेंड दे विच की लिया इन्होंने भी भारत के निवासी असैसी द्वारा पाकिस्तान विच कर भुगतान संबंधी इत्थे स्पैशल कंट्री दसती, बाकी गल्लां सारियां सेम आ। हुण दसती पाकिस्तान भी जे कोई निवासी असैसी आ, रेजिडेंट असैसी आ इंडिया का, तो उन्हें पाकिस्तान दे विच खेती या किसी होर आमदन के संबंध विच TDS घटाता, तो हुण भारत का पाकिस्तान दे नाल मान लो जे करार है नहीं तो असैसी ने जिन्ना TDS पाकिस्तान दे विच कटाया वा उन्होंने जदों दी टैक्स लैबिलिटी तय होगी उस रकम की छूट मिल जूगी इंडिया दे विच। पर TDS उन्हें पाकिस्तान च कटाया होना चाहिए वा, तो इस आमदन के संबंध में पाकिस्तान नाल कोई करार नहीं हैगा इंडिया का, यह सिद्ध करना भी असैसी की जिम्मेवारी होगी। तो टैक्स लाइबिलिटी कैलकुलेट करने लई दोनों देशों में जिस देश में टैक्स की दर घट आ उहदे अकॉर्डिंगली कैलकुलेट किया जाऊगा, जे टैक्स दी दरां बराबर आ तो इंडिया दी दरां के अकॉर्डिंगली कैलकुलेट किया जाऊगा। नैक्सट तीजा पॉइंट आ गया, अनिवासी असैसी नूं निवासी फर्म तो हिस्से के रूप में प्राप्त आमदन संबंधी धारा 91, यानी नॉन रेजिडेंट असैसी आ उन्होंने रेजिडेंट फर्म तो हिस्से के रूप में कोई इनकम प्राप्त हुई आ, यानी कि किसी अनिवासी असैसी नूं इंडियन यानी निवासी फर्म तो कोई आमदन प्राप्त हुई है हिस्से के रूप दे विच, जिथे उस फर्म ने दोनों देशों में आमदन कमाई है, यानी रेजिडेंट फर्म आ उन्हें इंडिया च भी इनकम अर्न की है तो बाहर भी इनकम दोवें थावां ते उन्हें कमाई की है। तो यह जी फर्म चो जो नॉन रेजिडेंट असैसी नूं हिस्सा मिलता वा तो वह असैसी उस आमदन के संबंध में भारत में कर देनदारी विचों कटौती प्राप्त करने का अधिकार रखता वा। पर गल्लां होई आ भी भारत का उस देश के नाल करार नहीं होना चाहिए, यह सिद्ध करना वा असैसी ने। कटौती प्राप्त करने के लिए यह जरूरी आ भी असैसी ने स्रोत की थां कर की कटौती करवाई होवे, मतलब जिथे जिथे उन्होंने आमदन मिली है वो टैक्स घटाता रहा होवे। टैक्स किमें कैलकुलेट करना वा, दोनों देशों के विचों जिस देश दे विच टैक्स की दर घट आ उस दे अकॉर्डिंगली कैलकुलेट किया जाऊगा टैक्स। जे बराबर आ तो भारत दे विच जिहड़ियां दरां वो चलणगियां। ये सीगी यूनीलैटरल फी, एक तरफा राहत, एक पक्षी राहत, या फिर जदों केंद्र सरकार ने कोई भी दूजे देश नाल समझौता नहीं किया होया। नैक्सट आ गया अपने को दोहरे करारोपण तो राहत संबंधी करारां दे लाभ या प्रभाव। देखो आप डबल टैक्सेशन रिलीफ पढ़ लिया, हुण असीं देखने ये एडवांटेज की है या ये इफैक्ट की है, यानी लाभ या प्रभाव। देखो जदों डबल टैक्सेशन रिलीफ मिलता वा तो पहले एडवांटेज तो ये आ भी ये डबल टैक्सेशन की प्रॉब्लम आ जिहड़ी सॉल्व हो जाती है, क्योंकि आमदन ते सिर्फ एक बारी कर लगता वा, दोहरा कर लगन की समस्या खत्म हो जाती है। दूसरा वा भी जिहड़े देशां विचकार इस तरह का करार हुंदा वा उन्हां दे विच दोनों देशों के निवेश विच वाधा हो जाता वा, इनक्रीज इन इन्वेस्टमेंट हो जाती है जिन्हां दे विच इहो जिहा एग्रीमेंट हो जाए। तीजा ये आ भी ग्लोबलाइजेशन दे विच जो प्रॉब्लम्स आ रही होंदियां वा वो प्रॉब्लम्स खत्म हो जांदियां वा, यानी व्यापार के विश्वीकरण से जिहड़ियां प्रॉब्लम्स होंदियां वो रिमूव हो जांदियां। ते उस तो बाद असैसी नूं फायदा वा भी दोनों देशों के विचों जिहड़े देश च घट रेट आ उहदे अकॉर्डिंगली उहदी टैक्स लायबिलिटी कैलकुलेट होंदी है। नैक्सट एडवांटेज इहदा यह आ भी इन्हां एग्रीमेंट्स करके इन्हां करारां करके कर की चोरी नहीं होंदी। हुण पता वा भी एक बारी टैक्स देना वा, हर असैसी टैक्स देने नूं तैयार हो जाता वा। उस तो बाद इन्हां करारां कारण कर की प्राप्ति विच भी सुविधा होंदी है, जल्दी टैक्स प्राप्त हो जाता वा। ये सीगे दोहरे करारोपण तो राहत संबंधी करारां दे लाभ ते प्रभाव।
ਹੁਣ ਸਾਡਾ ਲਾਸਟ ਟੌਪਿਕ ਰਹਿ ਗਿਆ ਦੋਹਰੇ ਕਰਾਰੋਪਣ ਤੋਂ ਰਾਹਤ ਅਧੀਨ ਕਰ ਮੁਕਤ ਆਮਦਨਾਂ। ਕੁਝ ਆਮਦਨਾਂ ਡਬਲ ਟੈਕਸੇਸ਼ਨ ਰਿਲੀਫ ਅਧੀਨ ਐਗਜ਼ਮਟ ਆ। ਉਹ ਕਿਹੜੀਆਂ ਕਿਹੜੀਆਂ ਵਾ? ਪਹਿਲੀ ਹੈਗੀ ਆ ਜਦੋਂ ਇੱਕ ਫਰਮ ਦੇ ਸਾਂਝੇਦਾਰ ਨੂੰ ਕਿਸੇ ਫਰਮ ਤੋਂ ਐਜ਼ ਏ ਸਾਂਝੇਦਾਰ ਹਿੱਸਾ ਪ੍ਰਾਪਤ ਹੁੰਦਾ ਵਾ ਤਾਂ ਆਮਦਨ ਕਰ ਅਧਿਨਿਯਮ ਦੀ ਧਾਰਾ 10(2)A ਦੇ ਅਨੁਸਾਰ ਉਹ ਐਗਜ਼ਮਟ ਹੋਊਗਾ, ਉੱਤੇ ਕਰ ਨਹੀਂ ਲੱਗੂਗਾ। ਪਰ ਇਹਦੀ ਕੰਡੀਸ਼ਨ ਇਹ ਆ ਵੀ ਹਰੇਕ ਅਸੈਸੀ ਨੇ ਆਪਣੀ ਆਮਦਨ ਕਰ ਰਿਟਰਨ ਅਲੱਗ ਜਮ੍ਹਾਂ ਕਰਵਾਈ ਹੋਵੇ। ਸੈਕਿੰਡ ਹੈ ਵਾ ਵੀ ਜੇ ਕਿਸੇ ਕੰਟਰੀ ਦੇ ਦੂਤ ਰਾਜਦੂਤ ਨੂੰ ਕੋਈ ਇਨਕਮ ਪ੍ਰਾਪਤ ਹੁੰਦੀ ਆ ਤਾਂ ਉਹ ਵੀ ਕਰ ਮੁਕਤ ਹੋਊਗੀ। ਉਹ ਇਨਕਮ ਟੈਕਸ ਅਧਿਨਿਯਮ ਦੀ ਧਾਰਾ 10(6) ਸਬਸੈਕਸ਼ਨ 2 ਦੇ ਅਨੁਸਾਰ ਹੋਊਗੀ। ਤੀਸਰੀ ਆਮਦਨ ਜਿਹੜੀ ਕਰ ਮੁਕਤ ਆ ਉਹ ਹੈਗੀ ਆ ਭਾਰਤ ਤੋਂ ਬਾਹਰ ਵਿਦੇਸ਼ੀ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਜਿਹੜੀ ਆਮਦਨ ਪ੍ਰਾਪਤ ਹੁੰਦੀ ਆ ਉਹ ਕਰ ਮੁਕਤ ਹੁੰਦੀ ਆ ਆਮਦਨ ਕਰ ਅਧਿਨਿਯਮ ਦੀ ਧਾਰਾ 10(6) ਸਬਸੈਕਸ਼ਨ 6 ਅਨੁਸਾਰ। ਸੋ ਇਸ ਤਰ੍ਹਾਂ ਇਹ ਤਿੰਨ ਤਰ੍ਹਾਂ ਦੀਆਂ ਆਮਦਨਾਂ ਜਿਹੜੀਆਂ ਉਹ ਐਗਜ਼ਮਟ ਹੁੰਦੀਆਂ ਵਾ ਡਬਲ ਟੈਕਸੇਸ਼ਨ ਰਿਲੀਫ ਦੇ ਅਕੋਰਡਿੰਗਲੀ। ਸੋ ਇਹ ਸੀਗਾ ਸਾਡਾ ਸੈਕੰਡ ਚੈਪਟਰ ਸਾਰਾ ਕੰਪਲੀਟ, ਜਿਹਦੇ ਵਿੱਚ ਅਸੀਂ ਡਬਲ ਟੈਕਸੇਸ਼ਨ ਦਾ ਅਰਥ, ਡਬਲ ਟੈਕਸੇਸ਼ਨ ਰਿਲੀਫ ਦਾ ਅਰਥ, ਡਬਲ ਟੈਕਸੇਸ਼ਨ ਰਿਲੀਫ ਦੇ ਆਬਜੈਕਟਿਵ, ਡਬਲ ਟੈਕਸੇਸ਼ਨ ਰਿਲੀਫ ਦੇ ਐਡਵਾਂਟੇਜ ਤੇ ਇਫੈਕਟ ਤੇ ਡਬਲ ਟੈਕਸੇਸ਼ਨ ਰਿਲੀਫ ਸੰਬੰਧੀ ਪ੍ਰੋਵੀਜ਼ਨਾਂ ਜਦੋਂ ਐਗਰੀਮੈਂਟ ਕੀਤਾ ਹੋਵੇ, ਜਿਹਨੂੰ ਬਾਇਲੈਟਰਲ ਰਿਲੀਫ ਕਹਿੰਦੇ ਆ ਸੈਕਸ਼ਨ 90 ਦੇ ਅਕੋਰਡਿੰਗਲੀ। ਦੈਨ ਜਦੋਂ ਐਗਰੀਮੈਂਟ ਨਾ ਕੀਤਾ ਹੋਵੇ ਉਦੋਂ ਰਿਲੀਫ, ਜਿਹਨੂੰ ਅਸੀਂ ਯੂਨੀਲੈਟਰਲ ਰਿਲੀਫ ਕਹਿੰਦੇ ਆ, ਜਿਹੜੇ ਕਿ ਦਿੱਤੇ ਹੋਏ ਆ ਸੈਕਸ਼ਨ 91 ਦੇ ਵਿੱਚ। ਅਤੇ ਉਸ ਤੋਂ ਬਾਅਦ ਐਗਜ਼ਮਪਟਡ ਇਨਕਮ। ਇਹ ਸਾਰਾ ਅਸੀਂ ਇਸ ਚੈਪਟਰ ਦੇ ਵਿੱਚ ਪੜ੍ਹਿਆ ਵਾ। ਸੋ ਥੈਂਕਸ ਫॉर ਵਾਚਿੰਗ ਦਿਸ ਵੀਡੀਓ।